दर्शकों ब्रेक तो बाद स्वागत है जी। डॉक्टर साहब साडी पहली लिखत आई है GS गिल जी दी। ये लिखते हैं डॉक्टर अमरजीत सिंह जी ਅਤੇ ਸਾਰੀ TV 84 ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਬੜੇ ਸਤਿਕਾਰ ਸਹਿਤ ਸਿੱਖ ਆਜ਼ਾਦੀ ਦੇ ਮੁੱਦੇ ਤੇ ਆਪਣੇ ਵਿਚਾਰ ਰੱਖਣੇ ਚਾਹੁੰਦਾ ਹਾਂ। ਇਹ ਮੀਡੀਆ ਦਾ ਯੁੱਗ ਹੈ। ਅਸੀਂ ਸਿੱਖ ਸਾਰੀ ਦੁਨੀਆ 'ਚ TV ਚੈਨਲ ਚਲਾ ਰਹੇ ਹਾਂ। ਕਈ ਚੈਨਲਾਂ ਤੇ ਸਿੱਖ ਮੁੱਦਿਆਂ ਤੇ ਵਿਚਾਰਾਂ ਹੁੰਦੀਆਂ ਹਨ, ਪਰ ਸਾਡਾ ਅਸਲ ਮੁੱਦਾ ਆਜ਼ਾਦੀ ਹੈ। ਇਹ ਵੀ ਹੋ ਸਕਦਾ ਹੈ ਕਿ ਅਸੀਂ ਸਿੱਖ ਹੁਣ ਦੁਬਾਰਾ ਭਾਰਤੀ हुकूमत ਨੂੰ आनंदपुर साहिब ਦਾ ਮਤਾ ਲਾਗੂ ਕਰਵਾਉਣ ਦੀ ਗੱਲ ਕਰੀਏ, ਪਰ ਇਹ ਗੱਲ ਹੁਣ ਸਵਾਲਾਂ ਤੋਂ ਬਾਹਰ ਹੈ। ਪਰ ਅਜੇ ਅੱਜ ਅਸੀਂ ਆਜ਼ਾਦ ਮੁਲਕ ਬਣਾਉਣਾ ਲੋਚਦੇ ਹਾਂ। ਇਹ ਗੱਲ ਤਾਂ ਹੀ ਹੋ ਸਕਦੀ ਹੈ ਜੇ ਤੁਹਾਡੇ ਵਰਗੇ ਸਿੱਖ ਵਿਦਵਾਨ ਇੱਕ ਖਰੜਾ ਤਿਆਰ ਕਰਨ ਜਿਸ 'ਚ ਖਾਲਿਸਤਾਨ ਦੀਆਂ ਸਰਹੱਦਾਂ ਨਿਰਧਾਰਿਤ ਕੀਤੀਆਂ ਜਾਣ, ਜਿਹੜੀਆਂ ਕਿ ਹਜੇ ਤੱਕ ਬਣੀਆਂ ਹੀ ਨਹੀਂ। ਫਿਰ ਅਸੀਂ ਰੋਟੀ ਕਿਵੇਂ ਖਾਵਾਂਗੇ? ਹਥਿਆਰਬੰਦ ਸੰਘਰਸ਼ ਜਿਸ ਵਿੱਚ ਸਹੀ ਸੇਧ ਹੋਵੇ कारगर साबित होवेगा, ना कि पहला की तरह के सिख नौजवानों ने हथियार चुक ले ते भावुकता के दरिया च वह गई। फिर ही भारतीय हुकूमत किसी समझौते ते आवेगी जे सानू पहला अध खुद मुख्तियार स्टेट मिल जाए। फिर असी पूर्ण आज़ादी वाल तुरीए जो सानू 40-50 साल बाद भी मिले तां कोई गल नहीं, पर फिर सानू आनंदपुर साहिब का मता सौंपना पवेगा। ਉਹ 1984 ਤੋਂ ਪਹਿਲਾਂ ਦਾ ਲਿਖਿਆ ਹੈ ਤੇ ਸਾਡੇ ਲਈ ਹੁਣ ਹੋਰ ਗੱਲਾਂ ਸ਼ਾਮਲ ਕਰਨੀਆਂ ਜ਼ਰੂਰੀ ਹੋਣਗੀਆਂ। ਆਨੰਦਪੁਰ ਸਾਹਿਬ ਦੇ ਮਤੇ ਬਾਰੇ ਹੋਰ ਵੀ ਲਿਖਾਂਗਾ ਤੁਹਾਨੂੰ ਜੀ ਡਾਕਟਰ ਸਾਹਿਬ। ਸਰਦਾਰ GS ਗਿੱਲ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਸਿੱਖ ਆਜ਼ਾਦੀ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਵੀ ਮੀਡੀਆ TV ਚੈਨਲ ਸਾਡੇ ਕੋਲ ਨੇ, ਅਸੀਂ ਸਿੱਖ ਮੁੱਦਿਆਂ ਤੇ ਗੱਲ ਵੀ ਕਰਦੇ ਹਾਂ ਜੀ, ਪਰ ਸਾਨੂੰ ਹੁਣ ਚੇਂਜਡ ਸਰਕਮਸਟਾਂਸ 'ਚ ਇਹ ਕਹਿਣਾ ਚਾਹੁੰਦੇ ਨੇ ਬਦਲਦੇ ਹਾਲਾਤ ਦੇ ਵਿੱਚ ਆਪਣੇ ਗੋਲ ਨੂੰ ਰੀਡਿਫਾਈਨ ਕਰਨਾ ਪਏਗਾ ਜਾਂ ਉਸ ਨੂੰ ਮੁੜ ਪਰਿਭਾਸ਼ਿਤ ਕਰਨਾ ਪਏਗਾ ਜਾਂ ਕਰਨਾ ਚਾਹੀਦਾ। ਇਹ ਕੋਈ ਖਾਲਿਸਤਾਨ ਦੇ ਅਗੇਂਸਟ ਨਹੀਂ ਨੇ, ਪਰ ਹਰ ਇੱਕ ਦੀ ਇੱਕ ਅਪਰੋਚ ਹੈ ਜਾਂ ਸੋਚਣ ਦਾ ਢੰਗ ਹੈ। ਉਹ ਇਹ ਸਮਝਦੇ ਨੇ ਵੀ ਜਿਹੜਾ ਰੀਡਰਾਫਟ ਹੈ ਜਾਂ ਉਸ ਨੂੰ ਦੁਬਾਰਾ ਇੱਕ ਨਵੇਂ ਸੰਦਰਭ ਔਰ ਬਦਲਦੇ ਹਾਲਾਤ 'ਚ ਲਿਖਣਾ, ਉਹਦੇ ਲਈ ਸਿੱਖ ਵਿਦਵਾਨਾਂ ਦੀ ਕੋਈ ਕਮੇਟੀ ਜਿਹੜੀ ਹੈ ਉਸ ਖਰੜੇ ਨੂੰ ਤਿਆਰ ਕਰੇ ਜੀ। ਔਰ ਉਹਦੇ 'ਚ ਉਹਨਾਂ ਨੇ 2-3 ਚੀਜ਼ਾਂ ਕਹੀਆਂ ਕਿ ਵੀ ਉਸ ਦਾ ਹਿੱਸਾ ਹੋਣ। ਉਸ ਦੇ ਵਿੱਚ ਇੱਕ ਤਾਂ ਖਾਲਿਸਤਾਨ ਦੀਆਂ ਸਰਹੱਦਾਂ ਮਿੱਥੀਆਂ ਜਾਣ, ਦੂਸਰਾ ਰੋਟੀ ਕਿੱਥੋਂ ਖਾਣੀ ਹੈ ਮਤਲਬ ਆਰਥਿਕਤਾ ਜੀ, ਔਰ ਤੀਸਰਾ ਉਹਨਾਂ ਨੇ ਹਥਿਆਰਬੰਦ ਸੰਘਰਸ਼ ਦੀ ਜਿਹੜੀ ਹੈ ਲੋੜ ਨੂੰ ਤਾਂ ਸਮਝਿਆ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜਿਵੇਂ ਪਹਿਲਾਂ ਭਾਵਨਾਵਾਂ ਦੇ ਵੇਗ 'ਚ ਜਾਂ ਜਜ਼ਬਾਤੀ ਸਿੱਖ ਨੌਜਵਾਨਾਂ ਨੇ ਇਸ ਰਸਤੇ ਨੂੰ ਚੁਣਿਆ, ਉਸ ਤੋਂ ਹਟਵਾਂ ਕੀ ਤਰੀਕਾ ਹੋਏ ਜਿਹੜਾ ਕਿ ਭਾਰਤ ਸਰਕਾਰ ਨੂੰ ਮਜਬੂਰ ਕਰੇ ਕਿ ਉਹ ਸਾਡੇ ਨਾਲ ਜਿਹੜਾ ਉਹ ਸਮਝੌਤਾ ਕਰੇ। ਅਤੇ ਸਮਝੌਤੇ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਪਹਿਲਾਂ ਅੱਧ ਖੁਦ ਮੁਖਤਾਰ ਸੈਮਾਈ ਆਟੋਨਮਸ ਜਿਹੜਾ ਹੈ ਕਿ ਉਹ ਜੇ ਮਿਲ ਜਾਂਦਾ ਤਾਂ ਠੀਕ ਹੈ, ਫਿਰ ਸਾਡਾ ਨੈਕਸਟ ਸਟੈਪ ਜਿਹੜਾ ਹੈ ਉਹ ਫੁੱਲ ਸੋਵਰਨ ਮੁਲਕ ਦਾ ਹੋਣਾ ਚਾਹੀਦਾ। ਇਸ ਲਈ ਭਾਵੇਂ ਜਿਹੜੀਆਂ ਨੇ ਜਿਹੜਾ 50 ਸਾਲ ਲੱਗ ਜਾਣ। ਸੋ ਇਹ ਉਹਨਾਂ ਦੀ ਲਿਖਤ ਦਾ ਆਧਾਰ ਹੈ ਜੀ। ਦੇਖੋ ਮੈਂ ਸਮਝਦਾ ਵੀ ਇੱਕ ਚੰਗੀ ਗੱਲ ਹੈ ਕਿ ਸਾਡੇ ਸਿਆਣੇ ਗੁਰਸਿੱਖ ਇਸ ਲਾਈਨ ਦੇ ਉੱਤੇ ਸੋਚਦੇ ਨੇ। ਇਸ ਬਾਰੇ ਵਿਚਾਰ ਭੇਦ ਹੋਣ ਨੂੰ ਮੈਂ ਬੁਰਾ ਨਹੀਂ ਮੰਨਦਾ। ਮੈਂ ਸਮਝਦਾ ਵੀ ਜਿਨ੍ਹਾਂ ਨੂੰ ਪੰਥ ਦਾ ਪਿਆਰ ਹੈ, ਨਿਸ਼ਾਨੇ ਬਾਰੇ ਕਲੈਰਿਟੀ ਹੈ, ਸਟ੍ਰੈਟੇਜਾਈਜ਼ ਕਿਵੇਂ ਕਰਨਾ ਹੈ ਜਾਂ ਵਿਉਂਤਬੰਦੀ ਕੀ ਹੈ ਜਾਂ ਕਿਸ ਤਰੀਕੇ ਨਾਲ ਕਿਹੜੇ ਸਟੈਪ ਲਏ ਜਾਣ, ਇਸ ਬਾਰੇ ਦੋ ਰਾਵਾਂ ਹੋ ਸਕਦੀਆਂ ਜੀ। ਉਹਨਾਂ ਦੇ ਜਿਹੜੇ 3 ਨੁਕਤੇ ਨੇ ਉਹਨਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਰਹੱਦਾਂ ਵੀ ਜਿਹੜੀਆਂ ਨੇ ਤੁਸੀਂ ਜਦੋਂ ਮਿੱਥਦੇ ਹੋ ਉਹਦੇ 'ਚ ਇਸ ਗੱਲ ਦਾ ਹਮੇਸ਼ਾ ਧਿਆਨ ਰਹਿੰਦਾ ਹੈ ਕਿ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਉਹ ਕਿਹਨਾਂ ਹਾਲਾਤਾਂ 'ਚ ਤੁਹਾਡੇ ਹੱਕ ਨੂੰ ਮੰਨਦੇ ਨੇ ਜੀ। ਕੀ ਉਹ ਉਹਦਾ ਟੇਬਲ ਮੰਨਦੇ ਨੇ, ਟੇਬਲ ਦੇ ਉੱਤੇ ਫਿਰ ਤੁਹਾਡੀ ਸਰਹੱਦ ਉਵੇਂ ਹੀ ਹੋਏਗੀ ਜਿਹੜਾ ਕਿ ਜਿੱਥੇ ਤੁਹਾਡੇ ਸਿੱਖ ਮੈਜੋਰਿਟੀ ਏਰੀਆ ਜਾਂ ਜੇ ਮੈਜੋਰਿਟੀ ਨਹੀਂ ਵੀ ਹੈ, ਸਾਈਜ਼ੇਬਲ ਪਾਪੂਲੇਸ਼ਨ ਹੈ, ਪਰ ਉਸ ਪਾਪੂਲੇਸ਼ਨ ਦੀ ਕੌਂਗਰੂਇਟੀ ਹੈ ਉਹ ਨਾਲ ਲੱਗਦੀ ਹੈ ਔਰ ਉਹ ਸਾਡੇ ਨਾਲ ਇੱਕ ਸਿੰਪੈਥੈਟਿਕ ਮਾਹੌਲ ਦੇ ਵਿੱਚ ਜੇ ਥੋੜ੍ਹੀ ਬਹੁਤ ਟਰਾਂਸਫਰ ਆਫ ਲੈਂਡ ਜਾਂ ਟਰਾਂਸਫਰ ਆਫ ਮਨੀ ਵੀ ਹੁੰਦੀ ਹੈ ਇੱਕ ਦੂਜੇ ਨੂੰ ਐਕਮੋਡੇਟ ਕਰਨ ਲਈ, ਉਹ ਸਾਨੂੰ ਐਕਮੋਡੇਟ ਕਰਦੇ ਨੇ। ਸੋ ਉਸ ਸਾਰੇ ਦੇ ਵਿੱਚ ਤਾਂ ਆਟੋਮੈਟਿਕਲੀ ਕੋਈ ਇਹਦੇ 'ਚ ਲੰਬੀ ਚੌੜੀ ਕੋਈ ਹੋਰ ਵਿੱਦਿਆ ਦੀ ਲੋੜ ਨਹੀਂ ਹੈ। ਪਹਿਲਾਂ ਹੀ ਜਿਹੜਾ ਪ੍ਰੈਜ਼ੈਂਟ ਡੇ ਪੰਜਾਬ ਹੈ ਆਲਮੋਸਟ 50,300 ਸਕੁਅਰ ਕਿਲੋਮੀਟਰ, ਇਹ ਸਾਡਾ ਇੱਕ ਸੈਂਟਰਲ ਬੈੱਡ ਹੈ। ਇਹਦੇ ਨਾਲ ਅਸੀਂ ਗੰਗਾ ਨਗਰ, ਹਨੂਮਾਨਗੜ੍ਹ,
ਹਰਿਆਣੇ ਦੇ ਅੰਬਾਲਾ, ਸਿਰਸਾ, ਕੁਰੂਕਸ਼ੇਤਰ ਤੱਕ ਦੇ ਜਿਹੜੀ ਸਿੱਖ ਬੈਲਟ ਹੈ, ਪਲੱਸ ਐਕਸੈਸ ਟੂ ਸੀ, ਸਮੁੰਦਰ ਤੱਕ, ਜੀ ਔਰ ਹਿਮਾਚਲ ਦਾ ਉਹ ਹਿੱਸਾ ਜਿਹੜਾ ਟ੍ਰੈਡੀਸ਼ਨਲੀ ਇਤਿਹਾਸਕ ਤੌਰ ਤੇ ਸਿੱਖ ਰਾਜ ਦਾ ਹਿੱਸਾ ਰਿਹਾ ਹੈ, ਔਰ ਚੀਨ ਦੇ ਨਾਲ ਜਿਹਦੀ ਸਰਹੱਦ ਰੋਹਤਾਂਗ ਵਾਲੇ ਪਾਸਿਓਂ ਲੱਗਦੀ ਰਹੀ। ਸੋ ਇਹ ਸਾਡਾ ਬੜੀ ਕੁਦਰਤੀ ਗੱਲ ਹੈ ਕਿ ਜਦੋਂ ਵੀ ਅਸੀਂ ਇੱਕ ਮੁਲਕ ਬਣਾਉਣ ਦੀ ਸੋਚਦੇ ਹਾਂ, ਉਸ ਦੀਆਂ ਹੱਦਾਂ ਨੈਚੁਰਲ ਵੀ ਹੋਣੀਆਂ ਚਾਹੀਦੀਆਂ ਨੇ। ਜੀ ਆਰਟੀਫਿਸ਼ੀਅਲ ਹੱਦਾਂ ਪ੍ਰੋਬਲਮਸ ਕ੍ਰੀਏਟ ਕਰਦੀਆਂ, ਜਿਵੇਂ ਰੈੱਡ ਕਲਿਫ ਨੇ ਆ ਕੇ ਖਿੱਚਿਆ, ਉਹਦੀ ਪ੍ਰੋਬਲਮ ਰਹੀ ਹੈ। ਕਸ਼ਮੀਰ ਦਾ ਵੀ ਉਹੀ ਪ੍ਰੋਬਲਮੈਟਿਕ ਰਿਹਾ, ਕਿਉਂਕਿ ਇਸ ਸਾਰੇ ਬਾਰੇ ਕੋਈ ਗੰਭੀਰ ਚਿੰਤਨ ਨਹੀਂ ਸੀ ਜਾਂ ਈਵਨ ਬਾਇਸ ਸੀ ਜਿਹੜੇ ਬਣਾਉਣ ਵਾਲੇ ਵੀ ਸੀ। ਦੂਸਰਾ ਪੱਖ ਹੁੰਦਾ ਵੀ ਜਿਨ੍ਹਾਂ ਨਾਲ ਤੁਹਾਡਾ ਵਾਹ ਹੈ ਕਿ ਉਹ ਤੁਹਾਨੂੰ ਉਸ ਮਾਹੌਲ ਦੇ ਵਿੱਚ ਤੁਹਾਡੀ ਗੱਲ ਨੂੰ ਮੰਨਦੇ ਨੇ, ਜਾਂ ਝਗੜੇ ਜਾਂ ਤਕਰਾਰ ਚੋਂ ਫਿਰ ਜਿਵੇਂ ਸਰਬੀਆ ਕਰੋਸ਼ੀਆ ਦੀਆਂ ਬਾਰਡਰਸ ਬਣੇ ਨੇ, ਜੀ ਜਾਂ ਬੋਸਨੀਆ ਹਰਜ਼ੇਗੋਵੀਨਾ ਨੂੰ ਕੀ ਮਿਲਿਆ, ਜਾਂ ਰਵਾਂਡਾ ਦੇ ਵਿੱਚ ਜਦੋਂ ਟਰਾਈਬਲ ਲੜਾਈ ਹੁੰਦੀ ਕਿਹਦੇ ਕੋਲ ਕੀ ਇਲਾਕਾ ਹੈ, ਜਾਂ ਅੱਜ ਕੁਰਦਾਂ ਤੇ ਆਈਸਿਸ ਔਰ ਸੀਰੀਆ ਔਰ ਦੂਸਰੇ ਜਿਹੜੀਆਂ ਨੇ ਬਗਦਾਦ, ਉਹਨਾਂ ਦੀਆਂ ਫੋਰਸਿਸ, ਕਦੇ ਉਹ ਸ਼ਹਿਰ ਇੱਧਰ ਹੁੰਦਾ, ਕਦੇ ਉੱਧਰ ਹੁੰਦਾ, ਕਦੇ ਉਹਨਾਂ ਦੇ ਗੁਰੀਲਿਆਂ ਕੋਲ ਹੁੰਦਾ, ਕਦੇ ਉਹਨਾਂ ਦੇ ਗੁਰੀਲਿਆਂ ਕੋਲ ਹੁੰਦਾ। ਜੀ ਇਹ ਫਿਰ ਉਸ ਸਰਕਮਸਟਾਂਸ 'ਚ ਜਿਹੜਾ ਹੈ ਉਹ ਜ਼ਿਆਦਾ ਤੁਹਾਡਾ ਬਣਦਾ ਹੈ ਕਿ ਵੀ ਕਿੱਧਰ ਨੂੰ ਤੁਸੀਂ ਜਾਣਾ ਹੁੰਦਾ। ਆਰਥਿਕਤਾ ਮੈਂ ਸਮਝਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅੱਛਾ ਸਵਾਲ ਹੈ, ਪਰ ਆਲਰੇਡੀ ਅਸੀਂ ਇਸ ਬਾਰੇ ਇਕਨੋਮਿਕਲ ਮਾਡਲ ਕੀ ਹੋਏਗਾ ਸਾਡਾ, ਇਸ ਬਾਰੇ ਅਸੀਂ ਅਕਸਰ ਡਿਸਕਸ ਕਰਦੇ ਰਹਿੰਦੇ ਹਾਂ। ਜੀ ਇਹਨਾਂ ਨੇ ਇੱਕ ਚੰਗੀ ਗੱਲ ਇਹ ਮੰਨੀ ਹੈ ਕਿ ਹਥਿਆਰਬੰਦ ਸੰਘਰਸ਼ ਭਾਵੇਂ ਲਿਮਿਟਿਡ ਰੋਲ 'ਚ ਹੀ ਹੋਏ, ਅਲਟੀਮੇਟਲੀ ਪ੍ਰੈਸ਼ਰਾਈਜ਼ ਕਰਨ ਦੇ ਲਈ ਵੀ ਉਹ ਤੁਹਾਡੇ ਨਾਲ ਗੱਲ ਕੋਈ ਉਦੋਂ ਹੀ ਕਰਦਾ ਹੈ ਜਦੋਂ ਤੁਸੀਂ ਆਪਣੀ ਆਪ ਨੂੰ ਡਿਫੈਂਡ ਕਰਦੇ ਹੋ। ਅਸੀਂ ਕੋਈ ਹਥਿਆਰ ਕਿਸੇ ਨੂੰ ਮਾਰਨ ਲਈ, ਕੋਈ ਬੇਗੁਨਾਹ ਨੂੰ ਮਾਰਨ ਲਈ, ਜਾਂ ਕੋਈ ਹਿੰਦੂਆਂ ਦੇ ਖਿਲਾਫ ਨਹੀਂ, ਇੰਡੀਅਨ ਸਟੇਟ ਦੇ ਖਿਲਾਫ, ਕਿਉਂਕਿ ਉਹ ਅੱਜ ਵੀ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਨੇ ਜੀ ਇੱਕ ਤਰੀਕੇ ਨਾਲ ਜਾਂ ਦੂਜੇ ਨਾਲ। ਔਰ ਬਾਕੀ ਅਦ ਖੁਦ ਮੁਖਤਾਰੀ, ਦੇਖੋ ਗੱਲ ਉਹ ਤਾਂ ਤੁਹਾਨੂੰ ਆਰਟੀਕਲ 25(20) ਦੇ ਥੱਲੇ ਉਹਨੂੰ ਅਮੈਂਡ ਕਰਕੇ ਤੁਹਾਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ। ਤੁਹਾਨੂੰ ਕਿਹਨੇ ਦੇਣੀ ਹੈ ਅਦ ਖੁਦ ਮੁਖਤਾਰ? ਆਨੰਦਪੁਰ ਦਾ ਮਤਾ ਅਦ ਖੁਦ ਮੁਖਤਿਆਰੀ ਸੀ ਜੀ ਕਿ ਭਾਈ ਆਟੋਨਮਸ 4 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਬਾਕੀ ਦੇ ਦੇ। ਜੇ ਉਸ ਦਾ ਨਤੀਜਾ ਜੂਨ 'ਚ ਧਰਮਯੁੱਧ ਮੋਰਚਾ ਸਾਰਾ ਆਨੰਦਪੁਰ ਦੇ ਮਤੇ ਲਈ ਸੀ, ਜੇ ਉਹਦੇ ਲਈ ਟੈਂਕਾਂ ਤੋਪਾਂ ਨਾਲ ਹਮਲਾ ਨਿਕਲਿਆ ਤੇ ਅਲਟੀਮੇਟਲੀ ਉਹਦੇ 'ਚੋਂ ਕੀ ਨਿਕਲੇਗਾ ਸਿੱਖਾਂ ਦੇ ਹਵਾਲੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਕਿਹਾ ਵੀ ਆਨੰਦਪੁਰ ਦੇ ਮਤੇ ਬਾਰੇ ਹੋਰ ਵੀ ਲਿਖਣਾ ਚਾਹਣਗੇ। ਜੀ ਹਾਂ, ਇਹ ਮੈਂ ਜ਼ਰੂਰ ਸਮਝਦਾ ਵੀ ਸਾਡੇ ਕੋਲ ਵੀ ਜਿਹੜਾ ਵਿਜ਼ਨ ਡਾਕੂਮੈਂਟ, ਜੇ ਉਹਨੂੰ ਅਸੀਂ ਕਨਸਟੀਟਿਊਸ਼ਨ ਨਾ ਕਹੀਏ, ਆਪਣੀ ਰਾਜਸੀ ਹੱਦਬੰਦੀ ਨਾ ਕਹੀਏ, ਜਾਂ ਨਕਸ਼ਾ ਨਾ ਕਹੀਏ, ਜਿਹੜਾ ਵਿਜ਼ਨ ਡਾਕੂਮੈਂਟ ਹੈ, ਬਾਕੀ ਤਾਂ ਜਿਹੜੀ ਸਾਡੀ ਵਿਲ ਟੂ ਬੀ ਫ੍ਰੀ ਹੈ ਉਹ ਤਾਂ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ ਹੀ ਹੈ, ਲੇਕਿਨ ਵਿਜ਼ਨ ਡਾਕੂਮੈਂਟ ਦੇ ਥੱਲੇ ਜਿਹਦੇ ਥੱਲੇ ਤੁਸੀਂ ਬੌਂਡ ਨਹੀਂ ਹੁੰਦੇ ਲੇਕਿਨ ਤੁਸੀਂ ਲੈਂਦੇ ਹੋ, ਉਹ ਜ਼ਰੂਰ ਸਾਨੂੰ ਇਹਦੇ ਤੇ ਵਰਕਆਊਟ ਕਰਨਾ ਚਾਹੀਦਾ। ਔਰ GS ਗਿੱਲ ਹੋਰਾਂ ਦੀ ਹੋਰ ਲਿਖਤ ਦੀ ਮੈਂ ਇੰਤਜ਼ਾਰ ਕਰਾਂਗਾ ਕਿ ਉਹ ਕਿਸ ਤਰ੍ਹਾਂ ਸੋਚਦੇ ਨੇ ਇਸ ਦੇ ਉੱਤੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਰੋਸਾ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।